ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਲਾਮ ਨਮਸਤੇ ਆਦਾਬ। ਮੈਂ ਲਖਵਿੰਦਰ ਸਿੰਘ ਲੱਖ ਫਰੋਮ ਲੱਖ ਬਤਿੰਦੇ ਕੋਚਿੰਗ ਸੈਂਟਰ ਤੋਂ ਹਮੇਸ਼ਾ ਹੀ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਆਪਾਂ ਪੂਰੀ ਤੁਹਾਡੀ ਹੈਲਪ ਕਰਦੇ ਆ ਰਹੇ ਹਾਂ ਤਾਂ ਐਦਾਂ ਹੀ ਹੈਲਪ ਕਰਦੇ ਰਵਾਂਗੇ। ਆਪਾਂ ਸਾਨੂੰ ਸਿਰਫ ਤੁਹਾਡੀਆਂ ਦੁਆਵਾਂ ਦੀ ਲੋੜ ਆ ਜੋ ਕਿ ਸਾਡੇ ਨਾਲ ਰਹਿਣ ਹਮੇਸ਼ਾ ਹੀ। ਅੱਜ ਦੀ ਜੋ ਵੀਡੀਓ ਬਣਾਵਾਂਗੇ ਆਪਾਂ ਇਹ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਆਪਾਂ 10 ਕੁਐਸਚਨ ਅਲੱਗ-ਅਲੱਗ ਚੈਪਟਰਾਂ ਦੇ ਵਿੱਚੋਂ। ਅੱਜ ਉਸ ਦਾ ਜਵਾਬ ਮੈਂ ਨਹੀਂ ਦੇਣਾ, ਉਹ ਜਵਾਬ ਤੁਸੀਂ ਦੇਣਾ ਹੈ। ਮੈਂ ਤਾਂ ਜਵਾਬ ਦੇ ਹੀ ਦੇਣਾ ਆ, ਸੋ ਉਸ ਦਾ ਜਵਾਬ ਤੁਸੀਂ ਦੇਣਾ ਹੈ ਮੈਨੂੰ ਕਮੈਂਟ ਕਰਕੇ। ਸੋ ਸਾਰਿਆਂ ਨਾਲ ਪਹਿਲਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਐਂਡ ਦੇ ਵਿੱਚ ਦੱਸਣਾ ਜ਼ਰੂਰ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਵੀਡੀਓ ਮੇਰੇ ਦੁਆਰਾ ਬਣਾਈ ਗਈ। ਅੱਜ ਦੇ ਜਿਹੜੇ 10 ਕੁਐਸਚਨ ਨੇ ਉਹ ਅਲੱਗ-ਅਲੱਗ ਚੈਪਟਰਾਂ ਦੇ ਵਿੱਚੋਂ ਹੋਣਗੇ। ਤੁਸੀਂ ਮੈਨੂੰ ਕਮੈਂਟ ਕਰਕੇ ਇਹ ਵੀ ਦੱਸਣਾ ਹੈ ਵੀ ਕੁਐਸਚਨ ਵੇਰੋ ਆ ਜਾਂ ਫਿਰ ਫਾਲਸੋ ਆ। ਅਗਰ ਫਾਲਸੋ ਆ ਉਹ ਕਿਉਂ ਫਾਲਸੋ ਹੋਇਆ ਹੈ, ਅਗਰ ਵੇਰੋ ਆ ਕਿਉਂ ਵੇਰੋ ਕਿਉਂ ਹੋਇਆ ਹੈ। ਸੋ ਪੜ੍ਹਦੇ ਹਾਂ ਅੱਜ ਦੇ ਜਿਹੜੇ ਆਪਣੇ ਹੈਗੇ ਨੇ ਇੰਪੋਰਟੈਂਟ 10 ਕੁਐਸਚਨ ਜਿਹੜੇ ਅਲੱਗ-ਅਲੱਗ ਚੈਪਟਰਾਂ ਦੇ ਵਿੱਚੋਂ ਨੇ। ਸੋ ਕਰਦੇ ਹਾਂ ਜੀ ਸ਼ੁਰੂ ਆਪਾਂ ਸਵਾਲ ਨੰਬਰ ਪਹਿਲੇ ਤੋਂ ਹੀ। ਜੋ ਇਹ ਕੁਐਸਚਨ ਆਪਾਂ ਨੂੰ ਦਿਖਾਈ ਦੇ ਰਿਹਾ ਆ, ਇਹ ਕੁਐਸਚਨ ਹੈਗਾ ਆ ਪਹਿਲੇ ਹੀ ਚੈਪਟਰ ਦੇ ਵਿੱਚੋਂ, ਯਾਨੀ ਕਿ definizioni stradali e di traffico। ਜੋ ਕੁਐਸਚਨ ਆ ਪੜ੍ਹਦੇ ਹਾਂ ਸਵਾਲ ਨੰਬਰ ਕੀ ਕਹਿ ਰਿਹਾ ਹੈ। La corsia di accelerazione serve per entrare sulla carreggiata dell'autostrada dopo che si è usciti da una area di servizio। ਤੁਹਾਨੂੰ ਮੈਂ ਦੱਸਦਾ ਕੁਐਸਚਨ ਇਹ ਕਹਿ ਰਿਹਾ ਆ ਵੀ ਜਿਹੜੀ ਕੁਰਸੀ ਦੀ ਐਕਸਲਰੇਸ਼ਨ ਹੁੰਦੀ ਏ ਉਹ ਸਾਨੂੰ ਚਾਹੀਦੀ ਹੁੰਦੀ ਏ ਐਂਟਰ ਕਰਨੇ ਦੇ ਲਈ ਸੜਕ ਦੇ ਵਿੱਚ, ਆਟੋਸਟਰਾਦੇ ਦਾ ਮਤਲਬ ਮੇਨ ਹਾਈਵੇ ਤੇ। dopo che si è usciti da un'area di servizio, ਜਦੋਂ ਆਪਾਂ ਇੱਕ ਸਰਵਿਸ ਵਾਲੇ ਏਰੀਆ ਦੇ ਵਿੱਚੋਂ ਨਿਕਲ ਜਾਂਦੇ। ਸੋ ਇਹਦਾ ਆਨਸਰ ਆ ਜਿਹੜਾ ਉਹ ਤੁਸੀਂ ਮੈਨੂੰ ਨੀਚੇ ਦੱਸਣਾ ਹੈ। ਪਹਿਲਾ ਨੰਬਰ ਕੁਐਸਚਨ ਵੇਰੋ ਆ ਜਾਂ ਫਿਰ ਫਾਲਸੋ ਆ। ਅਗਰ ਵੇਰੋ ਆ ਕਿਉਂ ਵੇਰੋ ਆ, ਫਾਲਸੋ ਆ ਤਾਂ ਕਿਉਂ ਫਾਲਸੋ ਆ। ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜੀ ਕੁਰਸੀਆ ਦੀ ਐਕਸਲਰੇਸ਼ਨ ਹੁੰਦੀ ਕਿਹੜੀ ਹੈ। ਜਿਹੜੀ ਕੁਰਸੀਆ ਦੀ ਐਕਸਲਰੇਸ਼ਨ ਹੁੰਦੀ ਹੈ ਉਹ ਆਪਾਂ ਨੂੰ ਤਿਰਛਾ ਰੋਡ ਉਸ ਨੂੰ ਮੰਨਿਆ ਜਾਂਦਾ। ਜਿਹੜੀ ਤਿਰਛਾ ਰੋਡ ਨਹੀਂ ਹੁੰਦਾ ਉਸ ਨੂੰ ਕਿਹਾ ਜਾਂਦਾ ਹੈ ਕੁਰਸੀਆ ਦੀ ਐਕਸਲਰੇਸ਼ਨ। ਵਧਦੇ ਆਪਣੇ ਦੂਜੇ ਸਵਾਲ ਵੱਲ। ਸਿਗਨਲ ਦਾ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਦੇਖ ਕੇ ਵੀ ਸਿਗਨਲ ਕਿਸ ਚੀਜ਼ ਦਾ ਹੈ। ਸਿਗਨਲ ਹੈਗਾ ਪੇਰੀਕੋਲੋ ਦਾ। ਇਸ ਨੂੰ ਨਾ ਦੀਵੀਏਤੋ ਦਾ ਕਹਿਣਾ ਹੈ, ਨਾ ਓਬਲੀਕੋ ਦਾ ਕਹਿਣਾ ਹੈ, ਨਾ ਪ੍ਰੈਸੀਡੈਂਸਾ ਦਾ ਕਹਿਣਾ, ਨਾ ਇੰਡੀਕਾzione ਦਾ ਕਹਿਣਾ। ਇੱਕ ਨਾਮ ਹਮੇਸ਼ਾ ਜੋ ਯਾਦ ਕਿਹੜਾ ਸਿਗਨਲ ਹੈ, ਪੇਰੀਕੋਲੋ ਦਾ। ਸੋ ਜੋ ਸਵਾਲ ਹੈਗਾ ਆ in presenza del segnale raffigurato, presenza ਮਤਲਬ ਨਾ ਮੌਜੂਦਗੀ ਚ, del segnale raffigurato occorre ਜ਼ਰੂਰਤ ਹੈ considerare il pericolo di sbandamento o di slittamento। sbandamento ਕਿਆ ਹੁੰਦਾ ਹੈ? sbandamento ਦਾ ਮਤਲਬ ਝੁਲਣਾ, ਜਦੋਂ ਗੱਡੀ ਡੋਲ ਜਾਂਦੀ ਹੈ। slittamento ਗੱਡੀ ਦਾ ਸਲਿੱਪ ਹੋਣਾ। ਸੋ ਇਸ ਦਾ ਵੀ ਆਨਸਰ ਤੁਸੀਂ ਦੱਸਣਾ ਮੈਨੂੰ ਵੀ ਜੋ ਸਾਈਨ ਬੋਰਡ ਦੀ ਮੌਜੂਦਗੀ ਦੇ ਵਿੱਚ ਜ਼ਰੂਰਤ ਆ ਧਿਆਨ ਦੇ ਕੇ ਚੱਲੀਏ ਵੀ ਪੇਰੀਕੋਲੋ ਜੋ ਖਤਰਾ ਹੋ ਸਕਦਾ ਹੈ ਗੱਡੀ ਦੇ ਸੱਜੇ ਜਾਂ ਖੱਬੇ ਜਾਣੇ ਦਾ, ਯਾਨੀ ਕਿ ਡੋਲਣ ਦਾ, ਜਾਂ ਸਲੀਤਾਮੈਂਟੋ ਦਾ। ਵਧਦੇ ਹਾਂ ਜੀ ਆਪਣੇ ਅਗਲੇ ਸਵਾਲ ਵੱਲ। ਇਹ ਸਵਾਲ ਹੈਗਾ ਆ ਓਬਲੀਕੋ ਦੇ ਵਿੱਚੋਂ ਤੇ ਤੁਹਾਨੂੰ ਮੈਂ ਓਬਲੀਕੋ ਦੇ ਵਿੱਚ ਇੰਨੀ ਗੱਲ ਦੱਸ ਦੇਣਾ ਚਾਹੁੰਦਾ ਵਾਂ, ਨਾ ਤਾਂ ਇਸ ਦੇ ਵਿੱਚ ਕੂਰਵੇ ਦੀ ਗੱਲ ਹੋਈ ਆ, ਨਾ ਓਬਲੀਕੋ ਦੇ ਵਿੱਚ ਸੈਂਸੋ ਉਨਿਕੋ ਸ਼ੁਰੂ ਹੋਣ ਵਾਲੇ, ਨਾ ਦੋਪਿਓ ਸੈਂਸੋ ਦੇ ਸ਼ੁਰੂ ਹੋਣ ਵਾਲੇ, ਨਾ ਖਤਮ ਹੋਣ ਵਾਲੇ। ਇਹਨਾਂ ਸਾਈਨ ਬੋਰਡਾਂ ਦੇ ਵਿੱਚ ਜੋ ਵੀ ਚੀਜ਼ਾਂ ਹੈ ਉਹ ਜ਼ਰੂਰੀ ਕੰਮ ਦੇ ਬਾਰੇ ਦੱਸਿਆ ਜਾਂਦਾ ਹੈ। ਜੋ ਸਵਾਲ ਹੈ ਪੜ੍ਹਦੇ ਹਾਂ ਜੀ। Il segnale raffigurato indica che si può transitare a destra e a sinistra di uno spartitraffico। spartitraffico ਹੁੰਦਾ ਹੈ ਕਿ ਡਿਵਾਈਡਰ। ਡਿਵਾਈਡਰ ਸਮਝੋ ਜੋ ਦੋ ਸੜਕਾਂ ਨੂੰ ਅਲੱਗ ਕਰਨ ਵਾਲਾ ਹੁੰਦਾ ਉਹਨੂੰ ਸਪਾਰਤੀ ਮਤਲਬ ਅਲੱਗ ਕਰਨਾ, ਟ੍ਰੈਫਿਕ ਯਾਨੀ ਕਿ ਟ੍ਰੈਫਿਕ ਨੂੰ ਅਲੱਗ ਕਰਨ ਵਾਲਾ। ਕਹਿੰਦੇ ਇਸ ਜਗ੍ਹਾ ਦੇ ਵਿੱਚ ਆਪਾਂ ਚੱਲ ਸਕਦੇ ਹਾਂ ਸੱਜੇ ਤੋਂ ਵੀ ਤੇ ਜਾਂ ਫਿਰ ਖੱਬੇ ਤੋਂ ਵੀ। ਕਿਸ ਜਗ੍ਹਾ ਤੋਂ? ਇੱਕ ਸਪਾਰਤੀ ਟ੍ਰੈਫਿਕੋ ਤੋਂ। ਅੱਗੇ ਵਾਲੇ ਵਧਦੇ ਹਾਂ ਸਵਾਲ ਨੰਬਰ
ਜੋ ਇਹ ਸਿਗਨਲ ਹੈਗਾ ਹੈ ਦਿਵੇਤੋ ਦੀ ਸੋਸਤਾ ਤੇ ਫਰਮਾਤੇ ਵਾਲੇ ਜਿਹੜਾ ਚੈਪਟਰ ਆਪਣਾ, ਉਹਨਾਂ ਦੇ ਵਿੱਚੋਂ ਇੱਕ ਸਾਈਨ ਬੋਰਡ, ਜੋ ਦੋ ਸਾਈਨ ਬੋਰਡ ਤੁਹਾਨੂੰ ਹਮੇਸ਼ਾ ਹੀ ਮੈਂ ਯਾਦ ਰੱਖਣ ਵਾਸਤੇ ਕਹਿਣਾ, ਜਦੋਂ ਇਸ ਸਾਈਨ ਬੋਰਡ ਦੀ ਗੱਲ ਕੀਤੀ ਜਾਵੇ, ਇਸ ਸਾਈਨ ਬੋਰਡ ਦੇ ਵਿੱਚ ਕੀ ਚੀਜ਼ ਕਰਨੀ ਚਾਹੀਦੀ ਹੈ, ਕੀ ਚੀਜ਼ ਨਹੀਂ ਕਰਨੀ ਚਾਹੀਦੀ। ਹਮੇਸ਼ਾ ਹੀ ਡਰਾਈਵਰ ਨੂੰ ਰੁਕਣ ਦੀ ਮਨਾਹੀ ਦਿੰਦਾ ਹੈ, ਯਾਨੀ ਕਿ ਟੈਂਪਰੇਰੀ ਤੌਰ ਤੇ ਕੁਝ ਟਾਈਮ ਦੇ ਲਈ ਫਰਮਾਤਾ ਵਗੈਰਾ ਨਹੀਂ ਕਰ ਸਕਦਾ ਇਸ ਜਗ੍ਹਾ ਦੇ ਉੱਪਰ। ਸੋਚਦੇ ਦੀ ਤਾਂ ਦੂਰ ਦੀ ਗੱਲ ਹੈ, ਗੱਡੀ ਇਸ ਜਗ੍ਹਾ ਦੇ ਉੱਪਰ ਰੋਕ ਵੀ ਨਹੀਂ ਸਕਦੇ। ਕੁਐਸਚਨ ਕੀ ਕਹਿ ਰਹੇ ਆ, lungo le strade dove è posto, ਜਿਸ ਵੀ ਸੜਕਾਂ ਦੇ ਉੱਪਰ ਇਹ ਲਗਾਇਆ ਜਾਵੇਗਾ, il segnale raffigurato vale 24 ore su 24, ਯਾਨੀ ਕਿ ਸਿਗਨਲ ਕਹਿ ਰਹੇ ਵੀ 24 ਘੰਟੇ ਹੀ ਲਾਗੂ ਹੁੰਦਾ ਜਿਨ੍ਹਾਂ ਦੇ ਉੱਪਰ ਵੀ ਲਗਾਇਆ ਜਾਂਦਾ ਹੈ। ਸੋ ਜੀ ਤੁਸੀਂ ਦੱਸਣਾ ਆ ਲਗਾਇਆ ਜਾਂਦਾ ਹੈ ਕਿ ਨਹੀਂ ਲਗਾਇਆ ਜਾਂਦਾ ਹੈ। ਇਸ ਜਗ੍ਹਾ ਦੇ ਉੱਪਰ ਆਪਾਂ ਫਰਮਾਤਾ ਵਗੈਰਾ ਕਰ ਸਕਦੇ ਹਾਂ, ਨਹੀਂ ਕਰ ਸਕਦੇ, ਥੋੜੇ ਟਾਈਮ ਦੇ ਲਈ ਰੁਕਿਆ ਜਾ ਸਕਦਾ ਹੈ, ਕਿ ਟਾਈਮ ਲਿਮਿਟ ਹੋ ਸਕਦੀ ਹੈ। ਕੁਐਸਚਨ ਹੈਗਾ 24 ਘੰਟੇ ਕਹਿੰਦਾ ਹੀ ਲਾਗੂ ਹੁੰਦਾ ਆ। ਸੋ ਵਧਦੇ ਆਪਣੇ ਅਗਲੇ ਕੁਐਸਚਨ ਦੇ ਵੱਲ। ਸਾਈਨ ਬੋਰਡ ਦਾ ਤੁਹਾਨੂੰ ਪਤਾ ਹੋਣਾ ਹੈ, ਜਿਸ ਜਗ੍ਹਾ ਦੇ ਉੱਪਰ ਪਹਿਲ ਦਾ ਹੱਕ ਖਤਮ ਹੋ ਜਾਂਦਾ ਹੈ, ਦ੍ਰਿਤੋ ਦੀ ਪ੍ਰੈਸੀਡੈਂਸਾ ਫੀਨੇ ਹੋ ਗਈ ਹੈ। ਇਸ ਤੋਂ ਬਾਅਦ ਕਿਹੜੇ ਸਾਈਨ ਬੋਰਡ ਮਿਲਣੇ ਦੀ ਸਾਡੇ ਕੋਲ ਪੋਸੀਬਿਲਿਟੀ ਹੋ ਸਕਦੀ ਹੈ? ਇੱਕ ਸਟਾਪ, ਇੱਕ ਦਾਰੇ ਪ੍ਰੈਸੀਡੈਂਸਾ ਅਤੇ ਪਲੱਸ ਜੇ ਦੋਨੋਂ ਹੀ ਸਾਈਨ ਬੋਰਡ ਨਾ ਲਗਾਏ ਜਾਣ ਤਾਂ ਕਾਨੂੰਨੀ ਤੌਰ ਤੇ ਸਾਨੂੰ ਜਿਹੜੀ ਪਹਿਲ ਹੁੰਦੀ ਹੈ ਉਹ ਰਾਈਟ ਸਾਈਡ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਪਹਿਲ ਦੇਣੀ ਚਾਹੀਦੀ ਹੁੰਦੀ। il segnale raffigurato, ਦਿਖਾਇਆ ਗਿਆ ਸਾਈਨ ਬੋਰਡ, preannuncia la fine dell'obbligo, ਜ਼ਰੂਰੀ ਕੰਮ ਕਹਿ ਰਿਹਾ ਖਤਮ ਹੋ ਗਿਆ ਆ, precedentemente imposto, precedentemente imposto ਜੋ ਪਹਿਲਾਂ ਲਗਾਇਆ ਗਿਆ ਜ਼ਰੂਰੀ ਕੰਮ ਸੀਗਾ ਕਹਿ ਰਿਹਾ ਉਹ ਖਤਮ ਹੋ ਗਿਆ ਹੈ। ਸੋ ਤੁਸੀਂ ਦੱਸਣਾ ਵੀ ਪਹਿਲਾਂ ਜ਼ਰੂਰੀ ਕੰਮ ਸੀ ਲਗਾਇਆ ਗਿਆ ਕਿ ਨਹੀਂ ਜ਼ਰੂਰੀ ਕੰਮ ਸੀਗਾ। ਅਗਲੇ ਕੁਐਸਚਨ ਵੱਲ ਵਧਦੇ ਹਾਂ, ਜਿਹੜਾ ਕਿ ਆਪਣੇ ਇੰਡੀਕੇਸ਼ਨ ਵਾਲੇ ਚੈਪਟਰ ਦੇ ਵਿੱਚੋਂ। ਜਿਹੜਾ ਸਿਗਨਲ ਆ, ਇਹ ਸਿਗਨਲ ਆਪਾਂ ਨੂੰ ਇਹ ਦੱਸਦਾ ਵੀ ਯਾਨੀ ਕਿ ਫੋਨ ਬਾਰੇ, ਯਾਨੀ ਕਿ ਪਬਲਿਕੋ ਟੈਲੀਫੋਨੋ ਜਿਹਨੂੰ ਆਪਾਂ ਬੋਲ ਸਕਦੇ ਹਾਂ। ਸਾਈਨ ਬੋਰਡ ਮਿਲਦਾ ਕਿੱਥੇ ਆ? ਐਕਸਟਰਾ ਉਰਬਾਨੇ, ਯਾਨੀ ਕਿ ਸ਼ਹਿਰਾਂ ਤੋਂ ਬਾਹਰ। ਸਵਾਲ ਕੀ ਕਹਿ ਰਿਹਾ ਹੈ? il segnale raffigurato indica la possibilità di ricaricare telefoni cellulari, ਮੋਬਾਈਲ ਫੋਨ ਦੇ ਵਿੱਚ ਰਿਚਾਰਜ ਕਰਾਣੇ ਦੀ ਪੋਸਿਬਿਲਿਟੀ ਦੱਸੀ ਜਾ ਰਹੀ ਹੈ। ਮੋਬਾਈਲ ਫੋਨ ਦੀ ਕਹਿ ਰਿਹਾ ਜਿਹੜੇ ਹੁੰਦੇ ਨੇ ਉਹਨਾਂ ਨੂੰ ਪੋਸਿਬਿਲਿਟੀ, ਉਹਨਾਂ ਨੂੰ ਰਿਚਾਰਜ ਕਰਵਾਉਣੇ ਦੀ। ਜੋ ਪਨੈਲੋ ਆ, ਪਨੈਲੋ ਜਦੋਂ ਆਪਾਂ ਇਸ ਚੀਜ਼ ਨੂੰ ਵੇਖਦੇ ਹਾਂ, ਇਹਨੂੰ ਪਹਿਲਾਂ ਤਾਂ ਇਹ ਸਮਝਣਾ ਵੀ ਇਹ ਮਿਲਦੀ ਕਦੋਂ ਆ। ਜਦੋਂ ਜੋਰਨੀ ਲਵੋਰਾਤੀਵੀ ਹੁੰਦੀ ਹੈ ਨਾ, ਉਸ ਟਾਈਮ ਲਗਾਈ ਜਾਂਦੀ ਹੈ। ਜੋਰਨੀ ਲਵੋਰਾਤੀਵੀ ਕੰਮ ਵਾਲੇ ਦਿਨਾਂ ਦੇ ਵਿੱਚ, ਜੋ ਟਾਈਮ ਟੇਬਲ ਆ 8 ਤੋਂ ਸ਼ਾਮਾਂ ਦੇ 8 ਵਜੇ ਤੱਕ। ਤੁੱਤੀ ਜੋਰਨੀ ਨਹੀਂ ਮੰਨ ਕੇ ਚੱਲਾਂਗੇ ਆਪਾਂ ਇਸ ਨੂੰ, ਤੁੱਤੀ ਜੋਰਨੀ ਨਹੀਂ ਮੰਨ ਕੇ ਚੱਲਦੇ। ਕੀ ਕਹਿ ਰਿਹਾ ਸਵਾਲ? il pannello integrativo raffigurato posto sotto un segnale di obbligo, ਇੱਕ ਜ਼ਰੂਰੀ ਵਾਲੇ ਸਾਈਨ ਬੋਰਡ ਦੇ ਨੀਚੇ ਲੱਗੀ ਮਿਲੇਗੀ। indica che esso vale dalle ore 8 alle ore 20 dei giorni lavorativi, ਕਹਿੰਦੇ ਵੀ ਜਿਹੜੀ ਫੱਟੀ ਹੈ 8 ਤੋਂ 8 ਲਾਗੂ ਕੀਤੀ ਜਾਵੇਗੀ ਜਦੋਂ ਇੱਕ ਸਾਈਨ ਬੋਰਡ ਜ਼ਰੂਰੀ ਵਾਲੇ ਦੇ ਨੀਚੇ ਲੱਗ ਜਾਂਦੀ ਹੈ। 8 ਤੋਂ 8 ਲਾਗੂ ਕੀਤੀ ਜਾਵੇਗੀ ਕੰਮ ਵਾਲੇ ਦਿਨਾਂ ਦੇ ਵਿੱਚ। ਇਸ ਦਾ ਵੀ ਆਨਸਰ ਤੁਸੀਂ ਮੈਨੂੰ ਦੱਸਣਾ ਹੈ। ਸਵਾਲ ਨੰਬਰ ਆ ਜਿਹੜਾ, ਇਹ ਉਹ ਚੈਪਟਰ ਆ ਰੋਡ ਦੇ ਉੱਪਰ, ਜਦੋਂ ਖਾਸ ਤੌਰ ਤੇ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਜਦੋਂ ਇੱਕ ਸਮਾਨ ਨੂੰ ਲੈ ਕੇ ਜਾਣਾ ਹੋਵੇ। ਇਸ ਟਾਈਮ ਦੋ ਹਿੱਸੇ ਨੇ ਸਾਈਨ ਬੋਰਡ ਦੇ। ਇੱਕ ਤਾਂ ਸਾਈਨ ਬੋਰਡ ਓਬਲੀਕੋ ਦਾ ਵਿੱਚ ਫਿੱਟ ਕੀਤਾ ਹੋਇਆ, ਪਲੱਸ ਜਿਹੜੀ ਬਿਆੰਕੋ ਤੇ ਰੋਸੋ ਕਲਰ ਵਾਲੀ ਪਨੈਲੋ ਆ ਨਾ, ਬਿਆੰਕੋ ਤੇ ਰੋਸੋ ਕਲਰ ਵਾਲੀ ਪਨੈਲੋ, ਬਿਆੰਕੋ ਤੇ ਰੋਸੋ ਕਲਰ ਵਾਲੀ ਪਨੈਲੋ ਉਦੋਂ ਲਗਾਈ ਜਾਂਦੀ ਜਦੋਂ ਕੋਈ ਗੱਡੀ ਦੇ ਪਿੱਛੋਂ ਬਾਹਰ ਕੋਈ ਚੀਜ਼ ਨਿਕਲੀ ਹੁੰਦੀ। ਜਦੋਂ ਹੁਣ ਸਵਾਲ ਆ ਇਸ ਦੇ ਵਿੱਚ, il segnale raffigurato ਵੀ ਜੋ ਸਾਈਨ ਬੋਰਡ invita i conducenti diminuire la velocità per la possibile presenza di veicoli fermi o lento movimento, ਕਹਿ ਰਿਹਾ ਵੀ ਇਹ ਜਿਹੜਾ ਸਾਈਨ ਬੋਰਡ ਆ ਕਹਿ ਰਿਹਾ ਸਪੀਡ ਨੂੰ ਘਟਾ ਕੇ ਚੱਲੋ, ਕਿਉਂਕਿ ਹੋ ਸਕਦਾ ਵੀ ਤੁਹਾਨੂੰ ਰੁਕੀਆਂ ਹੋਈਆਂ ਗੱਡੀਆਂ ਮਿਲ ਜਾਣ ਜਾਂ ਹੌਲੀ ਚੱਲਦੀਆਂ ਹੋਈਆਂ ਗੱਡੀਆਂ ਮਿਲ ਜਾਣ।
ਇਹ ਤੁਸੀਂ ਦੱਸਣਾ ਵੀ ਮਿਲ ਸਕਦਾ ਕਿ ਨਹੀਂ। ਇਹ ਹੈਗਾ ਵਿਜਿਲੇ, ਇਸ ਨੂੰ ਵਿਜਿਲੇ ਬੋਲਦੇ ਨੇ। ਵਿਜਿਲੇ ਦੀਆਂ 3 ਪੋਜੀਸ਼ਨਾਂ ਹੁੰਦੀਆਂ ਨੇ, ਤਿੰਨੇ ਹੀ ਯਾਦ ਰੱਖਣੀਆਂ ਜ਼ਰੂਰੀ ਹੁੰਦੀਆਂ ਨੇ। ਜਦੋਂ ਵਿਜਿਲੇ ਨੇ ਦੋਨੋਂ ਬਾਹਾਂ ਆਪਣੀ ਤਰਫ ਨੂੰ ਮੂੰਹ ਕਰਕੇ ਓਪਨ ਕੀਤੀਆਂ ਹੁੰਦੀਆਂ ਨੇ, ਉਸ ਦਾ ਮਤਲਬ ਹੁੰਦਾ ਵੀ ਇੱਕ ਲਾਈਟ ਕਿਹੜੀ ਆ, ਉਹ ਲਾਈਟ ਹੈਗੀ ਆ ਰੋਸੋ। ਜਦੋਂ ਸਾਡੀ ਤਰਫ ਨੂੰ ਨੇ ਸਾਈਡ ਬਣਾਈ ਹੁੰਦੀ ਹੈ, ਉਸ ਟਾਈਮ ਲਾਈਟ ਹੁੰਦੀ ਹੈ ਵਿਰਦ, ਯਾਨੀ ਕਿ ਗ੍ਰੀਨ ਲਾਈਟ ਹੁੰਦੀ ਹੈ। ਜਦੋਂ ਵਿਜਲੇ ਨੇ ਇੱਕ ਬਾਜੂ ਉੱਪਰ ਨੂੰ ਕੀਤੀ ਹੁੰਦੀ ਹੈ, ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਿਹਾ ਆ, ਇਸ ਟਾਈਮ ਲੂਚੇ ਜਾਲਾ ਹੈ। ਹੁਣ ਲੂਚੇ ਜਾਲਾ ਦੇ ਵਿੱਚ ਕੀ ਕਰਨਾ ਚਾਹੀਦਾ ਹੈ? ਲੂਚੇ ਜਾਲਾ ਦੇ ਵਿੱਚ ਆਪਾਂ ਇਹ ਦੇਖਦੇ ਹਾਂ ਵੀ ਧਿਆਨ ਵਰਤ ਕੇ ਚੱਲੀਏ, ਰੁਕ ਸਕਦੇ ਹਾਂ ਤਾਂ ਰੁਕ ਜਾਈਏ, ਨਹੀਂ ਰੁਕ ਸਕਦੇ ਤੇ ਆਪਾਂ ਨਿਕਲ ਜਾਈਏ। ਜਿਹੜੀ ਇੱਕ ਲਾਈਨ ਹੁੰਦੀ ਹੈ ਨਾ, ਅਗਰ ਉਹਨੂੰ ਪਾਰ ਕਰ ਲਿੱਤਾ ਆ, ਉਸ ਟਾਈਮ ਦੀ ਗੱਲ ਹੈ। ਸਵਾਲ ਕੀ ਕਹਿ ਰਿਹਾ? Se il vigile ha un braccio alzato come in figura, ਇਹ ਵਿਜਲੇ ਦੀ ਇੱਕ ਬਾਜੂ ਉੱਪਰ ਨੂੰ ਆ, ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਿਹਾ ਹੈ। Bisogna liberare velocemente l'incrocio, velocemente ਜਲਦੀ ਜਲਦੀ, liberare ਖਾਲੀ ਕਰਨਾ। Se già è stato impegnato, ਜੇਕਰ ਆਲਰੇਡੀ ਆਪਾਂ ਬਿਜ਼ੀ ਕੀਤਾ ਹੋਇਆ ਹੈ, ਕਹਿੰਦੇ ਵੀ ਜਲਦੀ ਜਲਦੀ ਚੌਂਕ ਨੂੰ ਖਾਲੀ ਕਰ ਦੇਣਾ ਚਾਹੀਦਾ ਜੇਕਰ ਆਪਾਂ ਚੌਂਕ ਨੂੰ ਬਿਜ਼ੀ ਕੀਤਾ ਹੋਇਆ ਹੈ। ਅਗਲੇ ਸਵਾਲ ਵੱਲ ਵਧਦੇ ਹਾਂ। ਇਸ ਦੇ ਬਾਰੇ ਤੁਹਾਨੂੰ ਪਤਾ ਹੋਣਾ ਵੀ ਇਹ ਕੀ ਆ। ਇੱਦਾਂ ਦੇ 2 ਨਕਸ਼ੇ ਨੇ, ਦੋਨੋਂ ਨਕਸ਼ਿਆਂ ਦੇ ਵਿੱਚ ਕੰਫਿਊਜ਼ ਜ਼ਿਆਦਾ ਨਹੀਂ ਹੋਣਾ। ਇੱਕ ਦੇ ਵਿੱਚ ਹੈਗੀਆਂ ਨੇ ਲਾਈਨਾਂ ਡਿਸਕੰਟੀਨਿਊ, ਤੇ ਇਸ ਟਾਈਮ ਹੈਗਾ ਇੱਕ ਜਿਹਨੂੰ ਈਜ਼ੋਲਾ ਕਿਹਾ ਜਾਂਦਾ ਹੈ, ਵੀ ਸੈਂਟਰ ਦੇ ਵਿੱਚ ਈਜ਼ੋਲਾ ਦੀ ਰਿਫਿਊਜੋ ਆ। ਜ਼ੈਬਰਾ ਤੂਰੇ ਦੀ ਕਲੋਰੀ ਬੈਂਕ, ਇੱਕ ਜ਼ੈਬਰਾ ਕ੍ਰੋਸਿੰਗ, ਜ਼ੈਬਰਾ ਲਾਈਨਾਂ ਦੇ ਦੁਆਰਾ ਬਣਾਇਆ ਗਿਆ ਹੈ। ਇਹਨਾਂ ਦੇ ਉੱਪਰ ਨਾ ਤਾਂ ਚੱਲਿਆ ਜਾ ਸਕਦਾ, ਨਾ ਇਹਦੇ ਉੱਪਰ ਆਪਾਂ ਗੱਡੀ ਪਰਕੇਜੋ ਲਗਾ ਸਕਦੇ ਹਾਂ, ਯਾਨੀ ਕਿ ਨਾ ਤਾਂ ਗੱਡੀ ਛੱਡ ਕੇ ਜਾਣੀ ਹੈ ਤੇ ਨਾ ਆਪਾਂ ਇਹਦੇ ਉੱਪਰ ਚੱਲ ਸਕਦੇ ਹਾਂ। ਸਵਾਲ ਕੀ ਕਹਿ ਰਿਹਾ ਹੈ? L'isola di traffico in figura indica una parte della carreggiata sulla quale si può stare solo per 30 minuti। ਇਸ ਦੇ ਉੱਪਰ 30 ਮਿੰਟਾਂ ਦੇ ਲਈ ਰੁਕਿਆ ਜਾ ਸਕਦਾ ਹੈ। 30 ਮਿੰਟਾਂ ਦੇ ਲਈ ਕਹਿ ਰਿਹਾ ਰੁਕਿਆ ਜਾ ਸਕਦਾ ਹੈਗਾ। ਸੋ ਅੱਜ ਦੀ ਵੀਡੀਓ ਆਪਣੀ ਹੁੰਦੀ ਹੈ ਇੱਥੇ ਹੀ ਖਤਮ। ਉਮੀਦ ਕਰਦਾ ਹਾਂ ਸਾਰੇ ਕੁਐਸਚਨ ਤੁਹਾਨੂੰ ਸਮਝ ਆ ਗਏ ਹੋਣਗੇ ਤੇ ਸਾਰਿਆਂ ਦੀ ਡਿਟੇਲ ਤੁਸੀਂ ਨੀਚੇ ਦੱਸਣੀ। ਜਿਹੜਾ ਕੁਐਸਚਨ ਨਹੀਂ ਸਮਝ ਆਇਆ ਤੁਸੀਂ ਓਬਵੀਅਸਲੀ ਉਸ ਕੁਐਸਚਨ ਦਾ, ਚੈਪਟਰ ਦਾ, ਜਾਂ ਕੁਐਸਚਨ ਨੰਬਰ ਪਹਿਲਾ ਸੀਗਾ, ਦੂਜਾ ਸੀਗਾ ਜਾਂ ਤੀਜਾ ਸੀਗਾ, ਉਹ ਨੀਚੇ ਕਮੈਂਟ ਕਰਕੇ ਦੱਸਣਾ ਸਾਨੂੰ ਇਹ ਚੀਜ਼ ਸਮਝ ਨਹੀਂ ਆਈ, ਕਿਉਂ ਨਹੀਂ ਆਈ, ਉਸ ਦਾ ਮੈਂ ਜਵਾਬ ਦੇਵਾਂਗਾ। ਪਲੱਸ ਤੁਸੀਂ ਸਾਰੇ ਹੀ ਕੁਐਸਚਨਾਂ ਦੇ ਵਿੱਚ ਮੈਨੂੰ ਇਹ ਦੱਸਣਾ ਆ ਕੁਐਸਚਨ ਵੇਰੋ ਕਿਉਂ ਹੋਇਆ, ਵੀ ਪਹਿਲਾ ਨੰਬਰ ਹੈ ਜਿਹੜਾ ਕੁਐਸਚਨ ਇਸ ਕਰਕੇ ਵੇਰੋ ਹੋ ਰਿਹਾ ਕਿਉਂਕਿ ਇਹਦੇ ਵਿੱਚ ਆਹ ਚੀਜ਼ ਕਹਿ ਰਿਹਾ ਹੈ। ਦੂਜਾ ਕੁਐਸਚਨ ਵੇਰੋ ਕਿਉਂ ਹੋ ਰਿਹਾ, ਇਹਦੇ ਵਿੱਚ ਆਹ ਚੀਜ਼ ਕਹਿ ਰਿਹਾ ਹੈ। ਸੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਸ਼ੇਅਰ, ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ। ਮਿਲਦੇ ਹਾਂ ਜਲਦੀ ਹੀ ਨਵੀਂ ਵੀਡੀਓ।